Dear students, welcome to Amri Senior Secondary School's online classes. Welcome to SST class. Students, ਅੱਜ ਅਸੀਂ ਸਾਡੀ ਸਮਾਜੀ ਸਿੱਖਿਆ ਦੇ ਤੀਸਰੇ ਭਾਗ ਇਤਿਹਾਸ ਦੇ ਦੂਸਰੇ ਪਾਠ ਜਿਸ ਦਾ ਨਾਂ ਹੈ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ। ਸਾਡੇ ਇਸ ਪਾਠ ਦੇ ਪਹਿਲੇ ਭਾਗ ਵਿੱਚ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਰਾਜਨੀਤਿਕ ਅਵਸਥਾ ਵਿੱਚ ਲੋਧੀ ਸੁਲਤਾਨਾਂ ਦੇ ਅਧੀਨ ਦਾ ਪੰਜਾਬ ਦੇ ਬਾਰੇ ਵਿਸਥਾਰ ਨਾਲ ਪੜ੍ਹ ਚੁੱਕੇ ਹਾਂ ਅਤੇ ਸਮਝ ਚੁੱਕੇ ਹਾਂ। ਅੱਜ ਅਸੀਂ ਇਸ ਪਾਠ ਦੇ ਦੂਸਰੇ ਭਾਗ ਜੋ ਕਿ ਈ ਬੁੱਕ ਦੇ ਪੇਜ ਨੰਬਰ 9-10 'ਤੇ ਹੈ ਵਿੱਚ ਰਾਜਨੀਤਿਕ ਅਵਸਥਾ ਦੇ ਨੈਕਸਟ ਟੌਪਿਕਸ ਦੌਲਤ ਖਾਂ ਲੋਧੀ ਅਤੇ ਪੰਜਾਬ, ਦੌਲਤ ਖਾਂ ਲੋਧੀ ਦਾ ਬਾਬਰ ਦੇ ਨਾਲ ਗੱਠਜੋੜ ਬਾਰੇ ਪੜ੍ਹਾਂਗੇ। ਆਓ ਅਸੀਂ ਆਪਣਾ ਪਾਠ ਸ਼ੁਰੂ ਕਰਦੇ ਹਾਂ। ਸਾਡਾ ਪਹਿਲਾ ਟੌਪਿਕ ਹੈ ਦੌਲਤ ਖਾਂ ਲੋਧੀ ਅਤੇ ਪੰਜਾਬ। ਸਿਕੰਦਰ ਲੋਧੀ ਨੇ ਤਤਾਰ ਖਾਂ ਨੂੰ ਪੰਜਾਬ ਦਾ ਸੂਬੇਦਾਰ ਬਣਾਇਆ ਸੀ। ਉਸ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਦੌਲਤ ਖਾਂ ਲੋਧੀ ਪੰਜਾਬ ਦਾ ਸੂਬੇਦਾਰ ਨਿਯਤ ਹੋਇਆ। ਜਿੰਨਾ ਚਿਰ ਸਿਕੰਦਰ ਲੋਧੀ ਜਿਉਂਦਾ ਰਿਹਾ, ਦੌਲਤ ਖਾਂ ਉਸ ਦਾ ਪੂਰਾ ਵਫਾਦਾਰ ਰਿਹਾ। ਪਰ ਸਿਕੰਦਰ ਲੋਧੀ ਦੇ ਉੱਤਰਾਧਿਕਾਰੀ ਇਬਰਾਹਿਮ ਲੋਧੀ ਦੇ ਕਠੋਰ, ਸ਼ੱਕੀ ਅਤੇ ਘਮੰਡੀ ਸੁਭਾਅ ਨੇ ਦੌਲਤ ਖਾਂ ਲੋਧੀ ਨੂੰ ਉਸ ਨਾਲ ਘਿਰਣਾ ਕਰਨ ਲਾ ਦਿੱਤਾ। ਉਸ ਨੇ ਸੁਲਤਾਨ ਦੇ ਵਤੀਰੇ ਨੂੰ ਦੇਖ ਕੇ ਆਪਣਾ ਸੁਤੰਤਰ ਰਾਜ ਸਥਾਪਿਤ ਕਰਨ ਦਾ ਮਨ ਬਣਾ ਲਿਆ। ਉਸ ਨੇ ਇਬਰਾਹਿਮ ਲੋਧੀ ਦੇ ਖਿਲਾਫ ਗੋਂਦਾਂ ਵੀ ਗੁੰਦਣੀਆਂ ਸ਼ੁਰੂ ਕਰ ਦਿੱਤੀਆਂ। ਗੋਂਦਾਂ ਗੁੰਦਣੀਆਂ ਦਾ ਮਤਲਬ ਹੈ ਕਿ ਸਾਜ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਦਿਨਾਂ ਵਿੱਚ ਆਲਮ ਖਾਂ, ਇਬਰਾਹਿਮ ਲੋਧੀ ਦਾ ਚਾਚਾ, ਵੀ ਦਿੱਲੀ ਦਾ ਤਖਤ ਪ੍ਰਾਪਤ ਕਰਨ ਦੀ ਇੱਛਾ ਰੱਖਦਾ ਸੀ। ਸਿੱਟੇ ਵਜੋਂ ਉਹ ਦੌਲਤ ਖਾਂ ਲੋਧੀ ਨਾਲ ਗੰਢ ਤੁੱਪ ਕਰਨ ਲੱਗ ਪਿਆ। ਗੰਢ ਤੁੱਪ ਮੀਨ ਕਿ ਉਹ ਵੀ ਉਹਦੇ ਨਾਲ ਸਾਜ਼ਿਸ਼ਾਂ ਕਰਨ ਲੱਗ ਪਿਆ। ਜਦੋਂ ਇਬਰਾਹਿਮ ਲੋਧੀ ਨੂੰ ਦੌਲਤ ਖਾਂ ਲੋਧੀ ਅਤੇ ਆਲਮ ਖਾਂ ਦੀਆਂ ਸਰਗਰਮੀਆਂ ਦਾ ਪਤਾ ਲੱਗਿਆ ਤਾਂ ਉਸਨੇ ਦੌਲਤ ਖਾਂ ਲੋਧੀ ਨੂੰ ਦਿੱਲੀ ਵਿਖੇ ਬੁਲਾਇਆ। ਉਹ ਆਪ ਤਾਂ ਨਾ ਗਿਆ, ਪਰ ਉਸਨੇ ਉੱਥੇ ਆਪਣੇ ਛੋਟੇ ਪੁੱਤਰ ਦਿਲਾਵਰ ਖਾਂ ਨੂੰ ਭੇਜ ਦਿੱਤਾ। ਦਿਲਾਵਰ ਖਾਂ ਦੇ ਦਿੱਲੀ ਪੁੱਜਣ 'ਤੇ ਇਬਰਾਹਿਮ ਲੋਧੀ ਨੇ ਉਸ ਨੂੰ ਬੰਦੀ ਬਣਾ ਲਿਆ, ਪਰ ਉਹ ਛੇਤੀ ਹੀ ਬਚ ਕੇ ਲਾਹੌਰ ਪੁੱਜ ਗਿਆ। ਇਸ 'ਤੇ ਦੌਲਤ ਖਾਂ ਲੋਧੀ ਨੂੰ ਯਕੀਨ ਹੋ ਗਿਆ ਕਿ ਇਬਰਾਹਿਮ ਲੋਧੀ ਜ਼ਰੂਰ ਉਸ ਨੂੰ ਸਜ਼ਾ ਦੇਵੇਗਾ। ਸਿੱਟੇ ਵਜੋਂ ਉਸ ਨੇ ਇਬਰਾਹਿਮ ਲੋਧੀ ਨੂੰ ਨੀਵਾਂ ਦਿਖਾਉਣ ਲਈ ਦਿੱਲੀ ਵੱਲੋਂ ਸਬੰਧ ਤੋੜ ਲਏ। ਬੱਚਿਓ, ਆਓ ਇਸ ਟੌਪਿਕ ਨੂੰ ਵਿਸਤਾਰ ਨਾਲ ਸਮਝਦੇ ਹਾਂ। ਬੱਚਿਓ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਲੋਧੀਆਂ ਬਾਰੇ ਦੱਸਣਾ ਚਾਹੂੰਗੀ। ਸਾਡੇ ਲੋਧੀ ਸ਼ਾਸਨ ਦੇ 3 ਸੁਲਤਾਨ ਹੋਏ ਹਨ। ਬਹਿਲੋਲ ਲੋਧੀ ਦਾ ਪੁੱਤਰ ਸਿਕੰਦਰ ਲੋਧੀ, ਸਿਕੰਦਰ ਲੋਧੀ ਦਾ ਪੁੱਤਰ ਇਬਰਾਹਿਮ ਲੋਧੀ। ਆਲਮ ਖਾਂ ਇਬਰਾਹਿਮ ਲੋਧੀ ਦਾ ਚਾਚਾ ਸੀ। ਸਿਕੰਦਰ ਲੋਧੀ ਨੂੰ ਪੰਜਾਬ ਦਾ ਸੂਬੇਦਾਰ ਤਤਾਰ ਖਾਂ ਨੂੰ ਬਣਾਇਆ ਸੀ। ਦੌਲਤ ਖਾਂ ਲੋਧੀ ਤਤਾਰ ਖਾਂ ਦਾ ਪੁੱਤਰ ਸੀ ਅਤੇ ਦਿਲਾਵਰ ਖਾਂ ਦੌਲਤ ਖਾਂ ਦਾ ਪੁੱਤਰ ਹੈ ਅਤੇ ਤਤਾਰ ਖਾਂ ਦਾ ਪੋਤਰਾ ਸੀ। ਹੁਣ ਤੁਹਾਨੂੰ ਤੁਹਾਡੇ ਅੱਜ ਦੇ ਟੌਪਿਕ ਦੇ ਸਾਰੇ ਪਾਤਰਾਂ ਬਾਰੇ ਪਤਾ ਚੱਲ ਗਿਆ ਹੈ। ਅਸੀਂ ਆਪਣੇ ਪਿਛਲੇ ਟੌਪਿਕ ਵਿੱਚ ਪੜ੍ਹਿਆ ਸੀ ਕਿ ਇਬਰਾਹਿਮ ਲੋਧੀ ਕਠੋਰ, ਸ਼ੱਕੀ ਅਤੇ ਘਮੰਡੀ ਸੀ। ਅਸੀਂ ਇਹ ਵੀ ਪੜ੍ਹਿਆ ਕਿ ਉਸਨੇ ਆਪਣੇ ਪਿਤਾ ਅਤੇ ਦਾਦੇ ਦੀ ਪਠਾਣਾਂ ਨੂੰ ਕੰਟਰੋਲ ਨਾ ਕਰਨ ਦੀ ਨੀਤੀ ਨਹੀਂ ਅਪਣਾਈ। ਉਸ ਨੇ ਪਠਾਣਾਂ ਦੇ ਸੁਭਾਅ ਨੂੰ ਜਾਣਦੇ ਹੋਏ ਵੀ ਪਠਾਣਾਂ ਨੂੰ ਅਨੁਸ਼ਾਸਿਤ ਤੇ ਕੰਟਰੋਲ ਕਰਨਾ ਚਾਹਿਆ। ਪਰ ਪਠਾਣ ਸੁਤੰਤਰ ਰਹਿਣ ਵਾਲੇ ਸਨ। ਉਹ ਇਬਰਾਹਿਮ ਲੋਧੀ ਦੇ ਅਨੁਸ਼ਾਸਨ ਅਤੇ ਕੰਟਰੋਲ ਕਰਨ ਦੀ ਨੀਤੀ ਨੂੰ ਪਸੰਦ ਨਹੀਂ ਸਨ ਕਰਦੇ। ਇਸ ਕਰਕੇ ਉਹ ਉਸ ਤੋਂ ਤੰਗ ਸਨ। ਇਸ ਲਈ ਉਹਨਾਂ ਵਿਦਰੋਹ ਕਰ ਦਿੱਤਾ। ਅੱਜ ਦੇ ਟੌਪਿਕ ਵਿੱਚ ਅਸੀਂ ਪੜ੍ਹਿਆ ਕਿ ਦੌਲਤ ਖਾਂ ਲੋਧੀ ਵੀ ਜਦ ਤੱਕ ਸਿਕੰਦਰ ਲੋਧੀ ਸ਼ਾਸਨ ਕਰਦਾ ਰਿਹਾ ਉਸ ਦਾ ਵਫਾਦਾਰ ਰਿਹਾ। ਪਰ ਜਦੋਂ ਇਬਰਾਹਿਮ ਲੋਧੀ ਦਿੱਲੀ ਦੇ ਤਖਤ 'ਤੇ ਬੈਠਾ ਤਾਂ ਦੌਲਤ ਖਾਂ ਲੋਧੀ ਉਸ ਦੇ ਵਿਹਾਰ ਤੋਂ ਤੰਗ ਆ ਕੇ ਸੁਤੰਤਰ ਸ਼ਾਸਨ ਸਥਾਪਿਤ ਕਰਨਾ ਚਾਹੁੰਦਾ ਸੀ। ਦੌਲਤ ਖਾਂ ਲੋਧੀ ਇਬਰਾਹਿਮ ਲੋਧੀ ਦੇ ਸਮੇਂ ਪੰਜਾਬ ਦਾ ਸੂਬੇਦਾਰ ਸੀ। ਕਹਿਣ ਨੂੰ ਤਾਂ ਉਹ ਦਿੱਲੀ ਦੇ ਸੁਲਤਾਨ ਅਧੀਨ ਸੀ, ਪਰ ਅਸਲ ਵਿੱਚ ਉਹ ਇੱਕ ਸੁਤੰਤਰ ਸ਼ਾਸਕ ਦੇ ਰੂਪ ਵਿੱਚ ਕੰਮ ਕਰਦਾ ਸੀ। ਉਸ ਨੇ ਇਬਰਾਹਿਮ ਲੋਧੀ ਦੇ ਚਾਚੇ ਆਲਮ ਖਾਂ
ਜੋ ਕਿ ਦਿੱਲੀ ਦੀ ਰਾਜਗੱਦੀ ਦਿਵਾਉਣ ਦੀ ਸਹਾਇਤਾ ਕਰਨ ਦੇ ਵਚਨ ਦੇ ਕੇ ਉਸ ਨੂੰ ਆਪਣੇ ਨਾਲ ਗੰਢ ਲਿਆ। ਜਦੋਂ ਇਬਰਾਹਿਮ ਲੋਦੀ ਨੂੰ ਦੌਲਤ ਖਾਨ ਲੋਦੀ ਦੀਆਂ ਇਹਨਾਂ ਸਾਜ਼ਿਸ਼ਾਂ ਦੀ ਸੂਚਨਾ ਮਿਲੀ ਤਾਂ ਉਸ ਨੇ ਦੌਲਤ ਖਾਨ ਨੂੰ ਦਿੱਲੀ ਸੱਦਿਆ, ਪਰ ਦੌਲਤ ਖਾਨ ਨੇ ਆਪ ਜਾਣ ਦੀ ਬਜਾਏ ਆਪਣੇ ਪੁੱਤਰ ਦਿਲਾਵਰ ਖਾਨ ਨੂੰ ਸਫਾਈ ਦੇਣ ਲਈ ਭੇਜ ਦਿੱਤਾ। ਜਦ ਦਿਲਾਵਰ ਖਾਨ ਲੋਦੀ ਆਪਣੇ ਪਿਤਾ ਦੇ ਲੱਗੇ ਇਲਜ਼ਾਮਾਂ ਦੀ ਸਫਾਈ ਦੇਣ ਲਈ ਦਿੱਲੀ ਗਿਆ ਤਾਂ ਇਬਰਾਹਿਮ ਲੋਦੀ ਨੇ ਦਿਲਾਵਰ ਖਾਨ ਨੂੰ ਬੜਾ ਡਰਾਇਆ ਧਮਕਾਇਆ। ਉਸ ਨੇ ਉਸ ਨੂੰ ਇਹ ਵੀ ਜਤਾਉਣ ਦੀ ਕੋਸ਼ਿਸ਼ ਕੀਤੀ ਕਿ ਇੱਕ ਵਿਦਰੋਹੀ ਨੂੰ ਕੀ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ ਹਨ। ਉਸ ਨੇ ਉਸ ਨੂੰ ਉਹਨਾਂ ਯਤਨਾਵਾਂ ਦੇ ਦ੍ਰਿਸ਼ ਵੀ ਵਿਖਾਏ ਜੋ ਵਿਦਰੋਹੀਆਂ ਨੂੰ ਦਿੱਤੀਆਂ ਜਾਂਦੀਆਂ ਸਨ। ਇਹ ਸਭ ਵਿਖਾਉਣ ਤੋਂ ਬਾਅਦ ਉਸ ਨੂੰ ਬੰਦੀ ਬਣਾ ਲਿਆ, ਪਰ ਕਿਸੇ ਤਰ੍ਹਾਂ ਉਹ ਕੈਦ ਵਿੱਚੋਂ ਭੱਜ ਨਿਕਲਿਆ। ਲਾਹੌਰ ਆ ਕੇ ਉਸ ਨੇ ਆਪਣੇ ਪਿਤਾ ਨੂੰ ਦਿੱਲੀ ਦੀ ਸਾਰੀ ਘਟਨਾ ਕਹਿ ਸੁਣਾਈ। ਦੌਲਤ ਖਾਨ ਲੋਦੀ ਸਮਝ ਗਿਆ ਕਿ ਇਬਰਾਹਿਮ ਲੋਦੀ ਉਸ ਨੂੰ ਸਜ਼ਾ ਜ਼ਰੂਰ ਦੇਵੇਗਾ। ਉਹ ਇਹ ਵੀ ਸਮਝ ਗਿਆ ਕਿ ਇਬਰਾਹਿਮ ਲੋਦੀ ਉਸ ਨਾਲ ਦੋ ਹੱਥ ਜ਼ਰੂਰ ਕਰੇਗਾ, ਭਾਵ ਉਹ ਉਸ ਨਾਲ ਯੁੱਧ ਜ਼ਰੂਰ ਕਰੇਗਾ। ਨਤੀਜਤਨ ਉਸ ਨੇ ਇਬਰਾਹਿਮ ਲੋਦੀ ਦੀ ਨੂੰ ਨੀਵਾਂ ਵਿਖਾਉਣ ਲਈ ਦਿੱਲੀ ਨਾਲੋਂ ਸੰਬੰਧ ਤੋੜ ਲਏ ਅਤੇ ਇਬਰਾਹਿਮ ਲੋਦੀ ਤੋਂ ਅਪਮਾਨ ਦਾ ਬਦਲਾ ਲੈਣ ਦੇ ਰਸਤੇ ਲੱਭਣ ਲੱਗ ਪਿਆ। ਬੱਚਿਓ, ਅਸੀਂ ਆਪਣਾ ਨੈਕਸਟ ਟੌਪਿਕ ਪੜ੍ਹਦੇ ਹਾਂ। ਦੌਲਤ ਖਾਨ ਲੋਦੀ ਦਾ ਬਾਬਰ ਨਾਲ ਗੱਠਜੋੜ, ਅਲਾਇੰਸ ਬਿਟਵੀਨ ਦੌਲਤ ਖਾਨ ਲੋਦੀ ਐਂਡ ਬਾਬਰ। 1519 ਈਸਵੀ ਵਿੱਚ ਕਾਬਲ ਦੇ ਹਾਕਮ ਜ਼ਹੀਰ ਉਦ-ਦੀਨ ਬਾਬਰ ਨੇ ਪੰਜਾਬ ਉੱਤੇ ਹਮਲਾ ਕੀਤਾ। ਬਾਬਰ ਨੇ ਪਹਿਲਾਂ ਬਜ਼ੌਰ ਉੱਤੇ ਜਿੱਤ ਪ੍ਰਾਪਤ ਕੀਤੀ, ਨਾਲ ਦੀ ਨਾਲ ਉਸ ਨੇ ਪੇਰਾ ਉੱਤੇ ਵੀ ਕਬਜ਼ਾ ਕਰ ਲਿਆ। ਇਹਨਾਂ ਜਿੱਤਾਂ ਤੋਂ ਉਤਸ਼ਾਹਿਤ ਹੋ ਬਾਬਰ ਨੇ ਆਪਣੇ ਇੱਕ ਦੂਤ ਮੁੱਲਾ ਮੁਰਸ਼ਿਦ ਨੂੰ ਇਬਰਾਹਿਮ ਲੋਦੀ ਕੋਲ ਭੇਜਿਆ। ਦੌਲਤ ਖਾਨ ਲੋਦੀ ਨੇ ਬਾਬਰ ਦੇ ਦੂਤ ਨੂੰ ਲਾਹੌਰ ਵਿਖੇ ਹੀ ਰੋਕ ਲਿਆ। ਬਾਬਰ ਹਿੰਦੂ ਬੇਗ ਨੂੰ ਆਪਣੇ ਜਿੱਤੇ ਹੋਏ ਇਲਾਕਿਆਂ ਦਾ ਪ੍ਰਬੰਧ ਸੌਂਪ ਕੇ ਆਪ ਵਾਪਸ ਕਾਬਲ ਚਲਾ ਗਿਆ। ਕੁਝ ਸਮੇਂ ਬਾਅਦ ਹੀ ਪੇਰਾ ਦੇ ਲੋਕਾਂ ਨੇ ਬਗਾਵਤ ਕਰਕੇ ਹਿੰਦੂ ਬੇਗ ਨੂੰ ਉੱਥੋਂ ਭਜਾ ਦਿੱਤਾ। ਇਸ ਕਾਰਵਾਈ ਤੋਂ ਚਿੜ ਕੇ ਬਾਬਰ ਨੇ ਸਤੰਬਰ 1519 ਈਸਵੀ ਵਿੱਚ ਫਿਰ ਪੰਜਾਬ ਉੱਤੇ ਹਮਲਾ ਕਰ ਦਿੱਤਾ। ਪੇਰਾ ਆਦਿ ਦੇ ਇਲਾਕੇ ਮੁੜ ਜਿੱਤਣ ਉਪਰੰਤ ਬਾਬਰ ਨੇ ਸਿਆਲਕੋਟ ਵੀ ਜਿੱਤ ਲਿਆ। ਇੱਥੋਂ ਬਾਬਰ ਸੈਦਪੁਰ ਐਮਨਾਬਾਦ ਵੱਲ ਵਧਿਆ। ਉੱਥੋਂ ਦੀ ਰੱਖਿਅਕ ਸੈਨਾ ਨੇ ਬਾਬਰ ਦੀ ਧਾੜਵੀ ਫੌਜ ਦਾ ਡਟ ਕੇ ਮੁਕਾਬਲਾ ਕੀਤਾ। ਅੰਤ ਬਾਬਰ ਦੀ ਜਿੱਤ ਹੋਈ। ਰੱਖਿਅਕ ਸੈਨਾ ਕਤਲ ਕਰ ਦਿੱਤੀ ਗਈ। ਸੈਦਪੁਰ ਦੀ ਜਨਤਾ ਨਾਲ ਵੀ ਨਿਰਦਈ ਸਲੂਕ ਕੀਤਾ ਗਿਆ। ਕਈ ਲੋਕਾਂ ਨੂੰ ਦਾਸ ਬਣਾ ਲਿਆ ਗਿਆ। ਗੁਰੂ ਨਾਨਕ ਦੇਵ ਜੀ ਨੂੰ ਵੀ ਇਹਨਾਂ ਅਤਿਆਚਾਰਾਂ ਦਾ ਵਰਣਨ ਬਾਬਰਵਾਣੀ ਵਿੱਚ ਕੀਤਾ ਹੈ। 1520-24 ਈਸਵੀ ਵਿਚਕਾਰ ਦੌਲਤ ਖਾਨ ਲੋਦੀ ਨੇ ਕੇਂਦਰੀ ਪੰਜਾਬ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਦਾ ਯਤਨ ਕੀਤਾ। ਸਿੱਟੇ ਵਜੋਂ ਇਬਰਾਹਿਮ ਲੋਦੀ ਉਸ ਦੇ ਹੋਰ ਵੀ ਵਿਰੁੱਧ ਹੋ ਗਿਆ। ਇਬਰਾਹਿਮ ਲੋਦੀ ਨੇ ਮੌਕਾ ਮਿਲਦੇ ਹੀ ਦੌਲਤ ਖਾਨ ਨੂੰ ਸੋਧ ਕੇ ਪੰਜਾਬ ਨੂੰ ਮੁੜ ਆਪਣੇ ਸਾਮਰਾਜ ਨਾਲ ਮਿਲਾਉਣ ਦਾ ਫੈਸਲਾ ਕੀਤਾ। ਸਿੱਟੇ ਵਜੋਂ ਦੌਲਤ ਖਾਨ ਲੋਦੀ ਨੇ ਆਪਣੇ ਪੁੱਤਰ ਦਿਲਾਵਰ ਖਾਨ ਨੂੰ ਬਾਬਰ ਪਾਸ ਕਾਬਲ ਵਿਖੇ ਭੇਜਿਆ ਅਤੇ ਉਸ ਨੂੰ ਪੰਜਾਬ ਉੱਤੇ ਹਮਲਾ ਕਰਨ ਦਾ ਸੱਦਾ ਦਿੱਤਾ। ਦੂਜੇ ਪਾਸੇ ਇਬਰਾਹਿਮ ਲੋਦੀ ਨੇ ਦੌਲਤ ਖਾਨ ਲੋਦੀ ਦੇ ਵਿਰੁੱਧ ਹਮਲਾ ਕਰ ਦਿੱਤਾ। ਦੌਲਤ ਖਾਨ ਲੋਦੀ ਦੀ ਹਾਰ ਹੋਈ। ਬਾਬਰ ਬਿਨਾਂ ਕਿਸੇ ਰੋਕ ਟੋਕ ਦੇ 1524 ਈਸਵੀ ਵਿੱਚ ਲਾਹੌਰ ਦੇ ਨੇੜੇ ਜਾ ਪੁੱਜਾ। ਇੱਥੇ ਇਬਰਾਹਿਮ ਲੋਦੀ ਦੀਆਂ ਫੌਜਾਂ ਨੇ ਬਿਹਾਰ ਖਾਂ ਦੇ ਅਧੀਨ ਬਾਬਰ ਨੂੰ ਰੋਕਣ ਦਾ ਯਤਨ ਕੀਤਾ, ਪਰ ਬਾਬਰ ਨੇ ਉਸ ਨੂੰ ਹਰਾ ਦਿੱਤਾ। ਬਾਬਰ ਦਾ ਲਾਹੌਰ ਉੱਤੇ ਵੀ ਆਸਾਨੀ ਨਾਲ ਕਬਜ਼ਾ ਹੋ ਗਿਆ। ਫਿਰ ਉਸਨੇ ਜਲੰਧਰ ਅਤੇ ਦੀਪਾਲਪੁਰ ਉੱਤੇ ਵੀ ਆਸਾਨੀ ਨਾਲ ਕਬਜ਼ਾ ਕਰ ਲਿਆ। ਦੌਲਤ ਖਾਨ ਲੋਦੀ ਨੂੰ ਆਸ ਸੀ ਕਿ ਬਾਬਰ ਉਹਨਾਂ ਇਲਾਕਿਆਂ ਉੱਤੇ ਕਬਜ਼ਾ ਕਰਕੇ ਉਹਨਾਂ ਦਾ ਅਧਿਕਾਰ ਉਸ ਨੂੰ ਸੌਂਪ ਦੇਵੇਗਾ ਅਤੇ ਆਪ ਵਾਪਸ ਕਾਬਲ ਚਲਾ ਜਾਵੇਗਾ, ਪਰ ਬਾਬਰ ਨੇ ਉਸ ਨੂੰ ਜਲੰਧਰ ਅਤੇ ਸੁਲਤਾਨਪੁਰ ਦੇ ਇਲਾਕੇ ਹੀ ਦਿੱਤੇ। ਇਸੇ ਦੌਲਤ ਖਾਨ ਲੋਦੀ ਨੇ ਬਗਾਵਤ ਕਰ ਦਿੱਤੀ, ਪਰ ਹਾਰ ਗਿਆ ਅਤੇ ਪਹਾੜਾਂ ਵਿੱਚ ਜਾ ਛੁਪਿਆ। ਬਾਬਰ ਨੇ ਸੁਲਤਾਨਪੁਰ ਦਾ ਇਲਾਕਾ ਦਿਲਾਵਰ ਖਾਨ ਨੂੰ ਦੌਲਤ ਖਾਨ ਲੋਦੀ ਦਾ ਪੁੱਤਰ ਨੂੰ ਦੇ ਦਿੱਤਾ। ਦੀਪਾਲਪੁਰ
ਉਸ ਨੇ ਆਲਮ ਖਾਂ ਇਬਰਾਹਿਮ ਲੋਧੀ ਦਾ ਚਾਚਾ ਨੂੰ ਦੇ ਦਿੱਤਾ। ਲਾਹੌਰ ਨੂੰ ਉਸ ਨੇ ਆਪਣੇ ਪ੍ਰਤੀਨਿਧੀ ਅਬਦੁਲ ਅਜ਼ੀਜ਼ ਦੇ ਹਵਾਲੇ ਕਰ ਦਿੱਤਾ। ਬਾਬਰ ਵਾਪਸ ਕਾਬਲ ਚਲਾ ਗਿਆ। ਉਸ ਨੂੰ ਇਹ ਵੀ ਅਨੁਭਵ ਹੋ ਗਿਆ ਸੀ ਕਿ ਦਿੱਲੀ ਹਮਲਾ ਕਰਨ ਲਈ ਹੋਰ ਜ਼ਿਆਦਾ ਤਿਆਰੀ ਦੀ ਲੋੜ ਹੈ। ਬੱਚਿਓ, ਆਓ ਇਸ ਟੌਪਿਕ ਨੂੰ ਵਿਸਤਾਰ ਨਾਲ ਸਮਝਦੇ ਹਾਂ। ਬੱਚਿਓ, ਅਸੀਂ ਆਪਣੇ ਪਿਛਲੇ ਹਫ਼ਤੇ ਦੇ ਟੌਪਿਕ ਗੁਰੂ ਨਾਨਕ ਦੇਵ ਜੀ ਦੇ ਸਮੇਂ ਵਿੱਚ ਰਾਜਨੀਤਿਕ ਅਵਸਥਾ ਵਿੱਚ ਪੜ੍ਹਿਆ ਕਿ ਇਬਰਾਹਿਮ ਲੋਧੀ ਦੇ ਕਾਲ ਵਿੱਚ ਵਿਦਰੋਹਾਂ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ। ਉਸ ਦੇ ਸਰਦਾਰ ਅਤੇ ਦਰਬਾਰੀ ਉਸ ਦੇ ਵਿਰੁੱਧ ਸਾਜ਼ਿਸ਼ਾਂ ਰਚਣ ਲੱਗੇ ਸਨ। ਰਾਜਾਂ ਦੇ ਸ਼ਾਸਕ ਆਪਣਾ ਸੁਤੰਤਰ ਸ਼ਾਸਨ ਸਥਾਪਿਤ ਕਰਨਾ ਚਾਹੁੰਦੇ ਸਨ, ਜਾਂ ਫਿਰ ਉਹ ਕਿਸੇ ਦੂਜੇ ਨੂੰ ਇਸ ਤਰ੍ਹਾਂ ਕਰਨ ਵਿੱਚ ਮਦਦ ਕਰ ਰਹੇ ਸਨ। ਇਸ ਤਰ੍ਹਾਂ ਹੀ ਕਾਬੁਲ ਦੇ ਸ਼ਾਸਕ ਬਾਬਰ ਨੂੰ ਵੀ ਇਬਰਾਹਿਮ ਲੋਧੀ ਦੇ ਇਨ੍ਹਾਂ ਹਾਲਾਤਾਂ ਦੀ ਜਾਣਕਾਰੀ ਸੀ। ਇਸ ਕਰਕੇ ਉਸ ਨੇ ਵੀ ਹੌਲੀ ਹੌਲੀ ਆਪਣੇ ਪੈਰ ਭਾਰਤ ਵਿੱਚ ਪਸਾਰਨੇ ਸ਼ੁਰੂ ਕਰ ਦਿੱਤੇ, ਕਿਉਂਕਿ ਬਾਬਰ ਵੀ ਭਾਰਤ ਦਾ ਸਮਰਾਟ ਬਣਨ ਦੀ ਇੱਛਾ ਰੱਖਦਾ ਸੀ। ਇਸ ਲਈ ਉਸ ਨੇ 1519 ਵਿੱਚ ਬਜੌਰ ਨੂੰ ਜਿੱਤਿਆ, ਫਿਰ ਪੇਰਾ 'ਤੇ ਕਬਜ਼ਾ ਕਰ ਲਿਆ। ਹਿੰਦੂ ਬੇਗ ਨੂੰ ਆਪਣੇ ਇਲਾਕੇ ਸੌਂਪ ਕੇ ਉਹ ਕਾਬੁਲ ਚਲਾ ਗਿਆ। ਪੇਰਾ ਦੇ ਲੋਕਾਂ ਨੇ ਬਗਾਵਤ ਕਰਕੇ ਹਿੰਦੂ ਬੇਗ ਨੂੰ ਉੱਥੋਂ ਭਜਾ ਦਿੱਤਾ। ਇਸ ਤੋਂ ਖਿੱਝ ਕੇ ਬਾਬਰ ਨੇ ਸਤੰਬਰ 1519 ਨੂੰ ਫਿਰ ਤੋਂ ਪੰਜਾਬ 'ਤੇ ਹਮਲਾ ਕਰ ਦਿੱਤਾ। ਆਪਣੇ ਪਹਿਲੇ ਇਲਾਕੇ ਜਿੱਤਣ ਤੋਂ ਬਾਅਦ ਉਸ ਨੇ ਹੁਣ ਸਿਆਲਕੋਟ 'ਤੇ ਵੀ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਉਸ ਨੇ ਸੈਯਦਪੁਰ 'ਤੇ ਹਮਲਾ ਕਰਕੇ ਉਸ ਨੂੰ ਜਿੱਤ ਲਿਆ। ਸੈਯਦਪੁਰ 'ਤੇ ਉਸ ਦੀ ਸੈਨਾ ਨੇ ਬੜਾ ਜ਼ੁਲਮ ਕੀਤਾ। ਗੁਰੂ ਨਾਨਕ ਦੇਵ ਜੀ ਨੂੰ ਵੀ ਬੰਦੀ ਬਣਾ ਲਿਆ ਗਿਆ। ਗੁਰੂ ਨਾਨਕ ਦੇਵ ਜੀ ਨੇ ਇਹਨਾਂ ਅਤਿਆਚਾਰਾਂ ਨੂੰ ਦੇਖ ਕੇ ਪ੍ਰਮਾਤਮਾ ਅੱਗੇ ਸ਼ਿਕਾਇਤ ਕੀਤੀ ਕਿ ਏਤੀ ਮਾਰ ਪਈ ਕੁਰਲਾਣੀ ਤੈ ਕੀ ਦਰਦ ਨਾ ਆਇਆ। ਉਹ ਪ੍ਰਮਾਤਮਾ ਨੂੰ ਕਹਿ ਰਹੇ ਹਨ ਕਿ ਬਾਬਰ ਦੀ ਸੈਨਾ ਨੇ ਇੰਨੇ ਅਤਿਆਚਾਰ ਕੀਤੇ, ਤੈਨੂੰ ਇਹ ਅਤਿਆਚਾਰ ਅਤੇ ਲੋਕਾਂ ਦੀ ਬੁਰੀ ਹਾਲਤ ਦੇਖ ਕੇ ਦਰਦ ਨਹੀਂ ਹੋਇਆ। 1520 ਤੋਂ 24 ਈਸਵੀ ਤੱਕ ਦੌਲਤ ਖਾਂ ਲੋਧੀ ਆਪਣੇ ਆਪ ਨੂੰ ਹੋਰ ਮਜ਼ਬੂਤ ਕਰਨਾ ਚਾਹਿਆ। ਇਬਰਾਹਿਮ ਲੋਧੀ ਨੂੰ ਇਹ ਗੱਲ ਚੰਗੀ ਨਾ ਲੱਗੀ ਅਤੇ ਉਸ ਨੇ ਦੌਲਤ ਖਾਂ ਲੋਧੀ ਨੂੰ ਸਬਕ ਸਿਖਾਉਣ ਲਈ ਉਸ ਨੂੰ ਆਪਣੀ ਸੈਨਾ ਨਾਲ ਦੌਲਤ ਖਾਂ 'ਤੇ ਚੜ੍ਹਾਈ ਕੀਤੀ ਅਤੇ ਦੌਲਤ ਖਾਂ ਲੋਧੀ ਹਾਰ ਗਿਆ। ਦੌਲਤ ਖਾਂ ਲੋਧੀ ਇਬਰਾਹਿਮ ਲੋਧੀ ਦੇ ਇਰਾਦੇ ਜਾਣਦਾ ਸੀ ਕਿ ਇਬਰਾਹਿਮ ਖਾਂ ਲੋਧੀ ਉਸ 'ਤੇ ਹਮਲਾ ਕਰੇਗਾ। ਇਸ ਲਈ ਉਸ ਨੇ ਆਪਣੇ ਪੁੱਤਰ ਦਿਲਾਵਰ ਖਾਂ ਨੂੰ ਕਾਬੁਲ ਬਾਬਰ ਦੇ ਕੋਲ ਭੇਜਿਆ। ਬਾਬਰ ਨੇ ਹਮਲਾ ਕੀਤਾ ਅਤੇ ਉਹ ਬਿਨਾਂ ਕਿਸੇ ਰੋਕ ਟੋਕ ਦੇ ਲਾਹੌਰ ਤੱਕ ਪੁੱਜ ਗਿਆ। ਇਬਰਾਹਿਮ ਲੋਧੀ ਦੀ ਫੌਜ ਨਾਲ ਬਾਬਰ ਦਾ ਲਾਹੌਰ ਵਿੱਚ ਯੁੱਧ ਹੋਇਆ, ਜਿਸ ਵਿੱਚ ਇਬਰਾਹਿਮ ਲੋਧੀ ਦਾ ਸੈਨਾਪਤੀ ਬਿਹਾਰ ਖਾਂ ਹਾਰ ਗਿਆ ਅਤੇ ਲਾਹੌਰ 'ਤੇ ਬਾਬਰ ਦਾ ਕਬਜ਼ਾ ਹੋ ਗਿਆ। ਪਰ ਜਦੋਂ ਉਹ ਅੱਗੇ ਵਧਿਆ ਤਾਂ ਕੁਝ ਅਫਗਾਨ ਸਰਦਾਰਾਂ ਨੇ ਉਸ ਦਾ ਘੋਰ ਵਿਰੋਧ ਕੀਤਾ। ਇਸ 'ਤੇ ਉਸ ਨੇ ਆਪਣੀ ਸੈਨਾ ਨੂੰ ਲਾਹੌਰ ਵਿੱਚ ਲੁੱਟ-ਮਾਰ ਕਰਨ ਦੀ ਆਗਿਆ ਦੇ ਦਿੱਤੀ। ਬਾਅਦ ਵਿੱਚ ਉਸ ਨੇ ਦੀਪਾਲਪੁਰ ਅਤੇ ਜਲੰਧਰ ਨੂੰ ਵੀ ਲੁੱਟਿਆ। ਪੰਜਾਬ ਜਿੱਤ ਤੋਂ ਬਾਅਦ ਬਾਬਰ ਨੇ ਦੌਲਤ ਖਾਂ ਨੂੰ ਜਲੰਧਰ ਦਾ ਸੂਬੇਦਾਰ ਨਿਯੁਕਤ ਕੀਤਾ ਅਤੇ ਬਾਕੀ ਸਾਰਾ ਪ੍ਰਦੇਸ਼ ਉਸ ਨੇ ਆਲਮ ਖਾਂ ਨੂੰ ਦੇ ਦਿੱਤਾ। ਦੌਲਤ ਖਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਬਾਬਰ ਉਸ ਨੂੰ ਪੂਰੇ ਪੰਜਾਬ ਦਾ ਸੁਤੰਤਰ ਸ਼ਾਸਕ ਬਣਾਏਗਾ, ਪਰ ਜਦੋਂ ਬਾਬਰ ਨੇ ਉਸ ਨੂੰ ਸਿਰਫ ਜਲੰਧਰ ਦੁਆਬ ਦਾ ਹੀ ਸੂਬੇਦਾਰ ਬਣਾਇਆ ਤਾਂ ਉਹ ਗੁੱਸੇ ਵਿੱਚ ਭੜਕ ਉੱਠਿਆ। ਉਸ ਨੇ ਆਪਣੇ ਪੁੱਤਰ ਗਾਜੀ ਖਾਂ ਨੂੰ ਨਾਲ ਲੈ ਕੇ ਬਾਬਰ ਦੇ ਵਿਰੁੱਧ ਵਿਦਰੋਹ ਕਰ ਦਿੱਤਾ। ਬਾਬਰ ਨੇ ਬੜੀ ਆਸਾਨੀ ਨਾਲ ਵਿਦਰੋਹ ਨੂੰ ਦਬਾ ਦਿੱਤਾ। ਬਾਬਰ ਆਪਣੇ ਇਲਾਕੇ ਦਿਲਾਵਰ ਖਾਂ, ਆਲਮ ਖਾਂ ਅਤੇ ਅਬਦੁਲ ਅਜ਼ੀਜ਼ ਨੂੰ ਦੇ ਕੇ ਵਾਪਸ ਕਾਬੁਲ ਚਲਾ ਗਿਆ। ਦੌਲਤ ਖਾਂ ਬਾਬਰ ਤੋਂ ਹਾਰ ਕੇ ਜੰਗਲਾਂ ਵਿੱਚ ਫਿਰ ਤੋਂ ਆਪਣੀ ਸ਼ਕਤੀ ਇਕੱਠੀ ਕਰਨ ਲਈ ਚਲਿਆ ਗਿਆ। ਬਾਬਰ ਵਾਪਸ ਚਲਿਆ ਗਿਆ। ਉਸ ਨੂੰ ਪਤਾ ਲੱਗ ਗਿਆ ਸੀ ਕਿ ਦਿੱਲੀ ਦਾ ਤਖਤ ਆਸਾਨੀ ਨਾਲ ਨਹੀਂ ਮਿਲ ਸਕਦਾ। ਡੀਅਰ ਸਟੂਡੈਂਟਸ, ਸਾਡਾ ਅੱਜ ਦਾ ਲੈਸਨ ਇੱਥੇ ਹੀ ਖਤਮ ਹੁੰਦਾ ਹੈ। ਤੁਸੀਂ ਇਸ ਆਡੀਓ ਨੂੰ ਚੰਗੀ ਤਰ੍ਹਾਂ ਸੁਣ ਕੇ ਅਤੇ ਈ-ਬੁੱਕ ਦੇ ਪੇਜ ਨੰਬਰ 9-10 ਨੂੰ ਪੜ੍ਹ ਕੇ ਮੇਰੇ ਦੁਆਰਾ ਪੁੱਛੇ ਪ੍ਰਸ਼ਨਾਂ ਦੇ ਉੱਤਰ ਆਪਣੀਆਂ ਕਾਪੀਆਂ 'ਚ ਸਾਫ਼-ਸਾਫ਼ ਲਿਖਣੇ ਹਨ ਅਤੇ ਮੇਰੇ ਪਰਸਨਲ ਨੰਬਰ 'ਤੇ ਚੈੱਕ ਕਰਨ ਲਈ ਭੇਜਣੇ ਹਨ। ਤੁਹਾਡੇ ਪ੍ਰਸ਼ਨ ਹਨ, ਪਹਿਲੇ 2 MCQ ਹਨ। ਤਤਾਰ ਖਾਂ ਨੂੰ ਪੰਜਾਬ ਦਾ ਨਿਜ਼ਾਮ ਕਿਸ ਨੇ ਬਣਾਇਆ?
ਤੁਹਾਨੂੰ 4 ਆਪਸ਼ਨਸ ਦਿੱਤੇ ਗਏ ਹਨ। ਤੁਸੀਂ ਸਹੀ ਵਾਲੇ ਆਪਸ਼ਨਸ 'ਤੇ ਟਿਕ ਲਗਾਉਣੀ ਹੈ। ਦੌਲਤ ਖਾਨ ਲੋਧੀ ਨੇ ਕੇਂਦਰੀ ਪੰਜਾਬ ਵਿੱਚ ਆਪਣੀ ਸਥਿਤੀ ਮਜ਼ਬੂਤ ਕੀਤੀ। ਇਸ ਦੇ ਵੀ 4 ਆਪਸ਼ਨਸ ਹਨ। ਤੁਸੀਂ ਸਹੀ ਵਾਲੇ 'ਤੇ ਟਿਕ ਲਗਾਉਣੀ ਹੈ। ਨੈਕਸਟ ਫਿਲਅਪ ਹੈ, ਇਬਰਾਹਿਮ ਲੋਧੀ ਨੇ ਡੈਸ਼ ਲੋਧੀ ਨੂੰ ਸਜ਼ਾ ਦੇਣ ਲਈ ਦਿੱਲੀ ਬੁਲਾਇਆ। ਸਾਡੀ ਨੈਕਸਟ ਵੀ ਫਿਲਅਪ ਹੈ, ਡੈਸ਼ ਦੌਲਤ ਖਾਨ ਲੋਧੀ ਦਾ ਪੁੱਤਰ ਸੀ। ਨੈਕਸਟ ਟਰੂ ਫਾਲਸ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਤਲਵੰਡੀ ਨਾਮਕ ਸਥਾਨ 'ਤੇ ਹੋਇਆ। ਇਹ ਸਟੇਟਮੈਂਟ ਸਹੀ ਹੈ ਜਾਂ ਗਲਤ।